ਜਲੰਧਰ ਦੂਰਦਰਸ਼ਨ ਦੇ ਉੱਤੇ ਅੱਜ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਫਲਸਫੇ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਤਾਂ ਇਸ ਪ੍ਰੋਗਰਾਮ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਦੇ ਜੀਵਨ ਫਲਸਫੇ ਦੇ ਉੱਤੇ ਝਾਤ ਮਾਰਨ ਵਾਸਤੇ ਅੱਜ ਆਪਾਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰਸਟ ਦੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਜੀ ਨੂੰ ਦੂਰਦਰਸ਼ਨ ਦੇ ਉੱਤੇ ਸੱਦਾ ਦਿੱਤਾ ਹੈ। ਉਹ ਸਾਡੇ ਕੋਲ ਆਏ ਹਨ। ਜੀ ਆਇਆਂ, ਉਹਨਾਂ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਸਵੰਤ ਸਿੰਘ ਜੀ, ਅੱਜ ਆਪਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜਾ ਮਨਾ ਰਹੇ ਹਾਂ। ਸਾਰੀ ਕੌਮ ਇਸ ਚੀਜ਼ ਦਾ ਮਾਣ ਲੈ ਰਹੀ ਹੈ ਕਿ ਅੱਜ ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ। ਮੈਂ ਗੱਲ ਸ਼ੁਰੂ ਕਰਨੀ ਚਾਹਾਂਗਾ, ਜਿਸ ਵੇਲੇ ਬਾਬਾ ਜੀਵਨ ਸਿੰਘ ਜੀ ਨੂੰ ਆਪਾਂ ਯਾਦ ਕਰਦੇ ਹਾਂ, ਇੱਕ ਐਸਾ ਨਾਮ ਹੈ ਜਿਹਦੀ ਬਖਸ਼ਿਸ਼ ਜਿਹੜੀ ਹੈ ਦੋ ਨਾਮਾਂ ਦੇ ਨਾਲ ਇਹਨਾਂ ਨੂੰ ਹੋਈ ਹੈ, ਭਾਈ ਜੈਤਾ ਜੀ ਦੇ ਨਾਲ ਵੀ ਅਤੇ ਬਾਬਾ ਜੀਵਨ ਸਿੰਘ ਜੀ ਦੇ ਨਾਲ ਵੀ। ਤੇ ਇਹ ਦੇਖੋ ਕਿੱਡੀ ਵੱਡੀ ਗੱਲ ਹੈ ਕਿ ਦੋਨੋਂ ਨਾਮ ਵੱਖਰੇ ਵੱਖਰੇ ਦੋ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਦਿੱਤੇ ਹਨ। ਗੁਰੂ ਤੇਗ ਬਹਾਦਰ ਜੀ ਵੱਲੋਂ ਇਹਨਾਂ ਨੂੰ ਨਾਮ ਮਿਲਿਆ ਭਾਈ ਜੈਤਾ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹਨਾਂ ਨੂੰ ਨਾਮ ਮਿਲਿਆ ਬਾਬਾ ਜੀਵਨ ਸਿੰਘ ਜੀ। ਮੈਂ ਆਪ ਜੀ ਪਾਸੋਂ ਜਾਣਨਾ ਚਾਹਾਂਗਾ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ, ਉਹ ਚੀਜ਼ ਤੁਸੀਂ ਜੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਜੀ ਆਇਆਂ ਨੂੰ। ਬਾਬਾ ਭਾਈ ਜੈਤਾ ਜੀ ਦਾ ਜਨਮ ਪਟਨਾ ਸਾਹਿਬ ਵਿਖੇ 13 ਦਸੰਬਰ 1661 ਈਸਵੀ ਨੂੰ ਪਿਤਾ ਭਾਈ ਸਦਾਨੰਦ ਜੀ ਅਤੇ ਮਾਤਾ ਪ੍ਰੇਮੋ ਜੀ ਦੇ ਗ੍ਰਹਿ ਵਿਖੇ ਹੋਇਆ। ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਆਸ਼ੀਰਵਾਦ ਦੇ ਨਾਲ ਉਹਨਾਂ ਦਾ ਨਾਮ ਅਤੇ ਜਨਮ ਹੋਇਆ ਸੀ। ਜੀ ਜੀ। ਔਰ ਗੁਰੂ ਤੇਗ ਬਹਾਦਰ ਦੇ 5 ਪਿਆਰਿਆਂ ਵਿੱਚੋਂ ਵੀ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਨੇ ਸ਼ਾਮਲ ਕੀਤਾ ਸੀ। ਠੀਕ ਹੈ, ਠੀਕ ਹੈ। ਅੱਛਾ, ਤੁਸੀਂ ਬੜਾ ਜਿਸ ਵੇਲੇ ਜਨਮ ਦਾ ਜ਼ਿਕਰ ਕੀਤਾ ਤੇ ਪਟਨਾ ਸਾਹਿਬ ਜੀ ਦਾ ਨਾਮ ਆਇਆ, ਤੇ ਪਟਨਾ ਸਾਹਿਬ ਜੀ ਦਾ ਨਾਮ ਇਸ ਕਰਕੇ ਵੀ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਹੈ, ਬੜੇ ਮਾਣ ਦੇ ਨਾਲ ਲਿਆ ਜਾਂਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਜਿਹੜਾ ਜਨਮ ਹੈ 1666 ਈਸਵੀ ਦਾ ਪਟਨਾ ਸਾਹਿਬ ਜੀ ਵਿਖੇ ਹੋਇਆ। ਤੇ ਇਹ ਪੱਕੀ ਗੱਲ ਹੈ ਕਿ ਜੇ ਭਾਈ ਜੈਤਾ ਜੀ 1661 ਦੇ ਵਿੱਚ ਉੱਥੇ ਜਨਮੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1666 ਦੇ ਵਿੱਚ ਉੱਥੇ ਜਨਮ ਹੋਇਆ, ਇਹਨਾਂ ਦੋਨਾਂ ਦਾ ਬਚਪਨ ਦੇ ਵਿੱਚ ਵੀ ਕੋਈ ਸੁਮੇਲ ਹੋਇਆ ਹੋਵੇਗਾ। ਦੋਨਾਂ ਨੇ ਬਚਪਨ ਦੇ ਵਿੱਚ ਵੀ ਆਪ ਜੀ ਦੇ ਨਾਲ ਕੋਈ ਪਿਆਰ ਕੀਤਾ ਹੋਵੇਗਾ। ਮੈਂ ਚਾਹੂੰਗਾ ਕਿ ਤੁਸੀਂ ਇਹਨਾਂ ਦੋਨਾਂ ਦੇ ਬਚਪਨ ਦੀਆਂ ਕੋਈ ਸਾਂਝਾਂ, ਬਚਪਨ ਦੀਆਂ ਕੁਝ ਗੱਲਾਂ ਬਾਤਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਪਟਨਾ ਸਾਹਿਬ ਜੀ ਦੀਆਂ। ਇਤਿਹਾਸ ਦੇ ਵਿੱਚ ਜ਼ਿਕਰ ਹੈ ਜੀ ਕਿ ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਲਾਂ ਪਟਨਾ ਸਾਹਿਬ ਫਿਰ ਅਨੰਦਪੁਰ ਸਾਹਿਬ ਇਕੱਠੇ ਖੇਡਦੇ ਰਹੇ ਜੀ, ਇਕੱਠੇ ਪੜ੍ਹਦੇ ਰਹੇ ਜੀ, ਇਕੱਠੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਜੀ। ਕਿਉਂਕਿ ਭਾਈ ਜੈਤਾ ਜੀ ਦਾ ਪਰਿਵਾਰ ਜਿਹੜਾ ਭਾਈ ਸਦਾਨੰਦ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਕਮਲਾਂ ਦੇ ਭੰਵਰੇ ਸਨ ਔਰ 24 ਘੰਟੇ ਉਹਨਾਂ ਦੀ ਸੇਵਾ ਵਿੱਚ ਰਹਿੰਦੇ ਸਨ। ਇਸ ਕਰਕੇ ਭਾਈ ਜੈਤਾ ਜੀ ਦਾ ਜਨਮ ਗੁਰੂ ਘਰ 'ਚ ਪਲੇ ਪੜ੍ਹੇ 'ਚ ਜਵਾਨ ਹੋਏ। ਵਾਹ ਜੀ। ਤੋ ਇਸ ਕਰਕੇ ਭਾਈ ਜੈਤਾ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪਸ ਵਿੱਚ ਬਹੁਤ ਵੱਡੀ ਸਾਂਝ ਸੀ ਬਚਪਨ ਦੀ, ਜਿਹੜੀ ਕਿ ਉਹਨਾਂ ਨੇ ਆਪਣੇ ਮਰਦੇ ਦਮ ਤੱਕ ਵਫਾਦਾਰੀ ਦੇ ਨਾਲ ਨਿਭਾਈ। ਬਸ ਇਹੀ ਬਾਬਾ ਜੀਵਨ ਸਿੰਘ ਜੀ ਦਾ ਜੀ ਇੱਕ ਵਿਲੱਖਣ ਜੀਵਨ ਹੈ, ਜਿੱਦਾਂ ਤੁਸੀਂ ਕਹਿ ਹੀ ਦਿੱਤਾ ਕਿ ਬਚਪਨ ਤੋਂ ਵਿੱਚੋਂ ਗੁਰੂ ਸਾਹਿਬ ਜੀ ਦਾ ਪਿਆਰ ਮਿਲਿਆ, ਉਹਨਾਂ ਨੇ ਆਖਰੀ ਪਲਾਂ ਤੱਕ ਗੁਰੂ ਸਾਹਿਬ ਜੀ ਦਾ ਉਹ ਪਿਆਰ ਨਿਭਾਇਆ। ਇਹ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਪੰਜਾਬ ਦੀ ਧਰਤੀ ਤੇ ਆਉਂਦੇ ਆ ਤਾਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਜੀਵਨ ਸਿੰਘ ਜੀ ਵੀ ਪੰਜਾਬ ਦੇ ਵਿੱਚ ਆਉਂਦੇ ਆ ਤੇ ਇਹ ਆ ਕੇ ਰਮਦਾਸ ਟਿਕਾਣਾ ਕਰਦੇ ਆ ਨਾ, ਤੇ ਉੱਥੇ ਜਿਹਨਾਂ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਬਾਬਾ ਜੀਵਨ ਸਿੰਘ ਜੀ ਦਾ, ਉਹ ਮੈਂ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਗੌਰਵਮਈ ਇਤਿਹਾਸ ਹੈ, ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਇਹਨਾਂ ਦਾ ਸਾਰਾ ਪਰਿਵਾਰ ਹੈ। ਉਹਦੇ ਬਾਰੇ ਜਿਹੜੀ ਤੁਸੀਂ ਸਾਰੀ ਸਾਂਝ ਕਰਨੀ ਚਾਹੋਗੇ ਦਰਸ਼ਕਾਂ ਦੇ ਨਾਲ। ਇਸ ਤਰ੍ਹਾਂ ਜੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ, ਭਾਈ ਜੈਤਾ ਜੀ ਉਹਨਾਂ ਦੇ ਨਾਲ ਸੀ ਪਿਤਾ ਜੀ, ਇਹ ਬਾਬਾ ਬਕਾਲੇ ਰਹੇ। ਅੱਛਾ ਜੀ। ਔਰ ਭਾਈ ਸਦਾਨੰਦ ਜੀ ਤਕਰੀਬਨ 20 ਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਵਿੱਚ ਜਦੋਂ ਭੋਰੇ 'ਚੋਂ ਤਪ ਕਰਦੇ ਸੀ ਉਹਨਾਂ ਦੇ ਨਾਲ ਉੱਥੇ ਰਹੇ। ਅੱਛਾ ਜੀ। ਇਹਦਾ ਪ੍ਰਭਾਵ ਪਿਛੋਕੜ ਜਿਹੜਾ ਸੀ ਸ਼ੁਰੂ ਹੁੰਦਾ ਭਾਈ ਕਲੈਣਾ ਜੀ। ਭਾਈ ਕਲੈਣਾ ਜੀ, ਹਾਂ ਭਾਈ ਕਲੈਣਾ ਜੀ ਗੁਰੂ ਤੇਗ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਚੌਥੀ ਉਦਾਸੀ ਵਿੱਚ ਗਏ ਜੀ ਤਾਂ ਉਹ ਰਾਏ ਨੰਗਲ ਉਸ ਪਿੰਡ ਦਾ ਪਹਿਲਾ ਨਾਂ ਸੀ, ਬਾਅਦ 'ਚ ਉਹਦਾ ਕੱਥੂ ਨੰਗਲ ਪਿੰਡ ਪੈ ਗਿਆ। ਅੱਛਾ ਜੀ। ਉੱਥੇ ਬਾਬਾ ਬੁੱਢਾ ਜੀ ਤੇ ਭਾਈ ਕਲੈਣਾ ਜੀ ਮਿਲੇ, ਦੋਨੋਂ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ। ਔਰ ਭਾਈ ਕਲੈਣਾ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ। ਇਹ ਬਾਬਾ ਬੁੱਢਾ ਜੀ ਦਾ ਵੀ ਇਹੀ ਇਤਿਹਾਸ ਆਉਂਦਾ ਨਾ, ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਦਾ ਮਹਾਰਾਜ ਦਾ ਇਤਿਹਾਸ ਕੀਤਾ। ਇਦਾਂ ਹੀ ਭਾਈ ਕਲਿਆਣਾ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ। ਵਾਹ ਜੀ ਵਾਹ। ਜਦੋਂ ਭਾਈ ਕਲਿਆਣਾ ਜੀ ਨੇ ਜੋਤੀਓ ਸਮਾਇਆ ਤਾਂ ਉਸ ਟਾਈਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਰਮਦਾਸ ਦੇ ਵਿੱਚ, ਜਿੱਥੇ ਹੁਣ ਉਹਨਾਂ ਦੀ ਯਾਦ ਦੇ ਵਿੱਚ ਅਸਮਾਨੀ ਖੂਹ ਦੇ ਕੋਲ ਕੋਨੇ ਤੇ ਉਹਨਾਂ ਦੀ ਯਾਦਗਾਰ ਬਣੀ ਹੋਈ, ਯਾਦਗਾਰ ਭਾਈ ਕਲਿਆਣਾ ਜੀ ਜੀ। ਸੋ ਉਹਨਾਂ ਦੇ ਪੁੱਤਰ ਹੋਏ ਜਸਭਾਨ ਜੀ। ਅੱਛਾ। ਤੇ ਉਹਨਾਂ ਦੇ ਅੱਗੇ ਪੁੱਤਰ ਹੋਏ ਸੁਖਭਾਨ ਜੀ, ਤੇ ਉਹਨਾਂ ਦੇ ਪੁੱਤਰ ਹੋਏ ਭਾਈ ਸਦਾਨੰਦ ਜੀ ਤੇ ਭਾਈ ਆਗਿਆ ਰਾਮ ਜੀ। ਭਾਈ ਸਦਾਨੰਦ ਜੀ ਦੇ ਦੋ ਸੁਪੁੱਤਰ ਹੋਏ ਭਾਈ ਜੈਤਾ ਜੀ ਤੇ ਭਾਈ ਆਪਣੇ ਸੰਗਤਾ ਜੀ, ਤੇ ਭਾਈ ਜੀਵਨ ਸਿੰਘ ਜੀ ਦੇ 4 ਸੁਪੁੱਤਰ ਹੋਏ
ਭਾਈ ਸੁੱਖਾ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ ਤੇ ਭਾਈ ਸੇਵਾ ਗੁਲਜ਼ਾਰ ਸਿੰਘ, ਇਹ ਚਾਰ ਪੁੱਤਰ ਹੋਏ। ਚਲੋ ਠੀਕ ਹੈ। ਸੋ ਇਹ ਪਰਿਵਾਰ 1469 ਤੋਂ ਲੈ ਕੇ 1708 ਈਸਵੀ ਤੱਕ 239 ਸਾਲ ਗੁਰੂ ਘਰ ਦਾ ਵਫਾਦਾਰ ਰਿਹਾ, ਔਰ ਵਫਾਦਾਰ ਰਿਹਾ, ਵਿਸ਼ਵਾਸ ਪਾਤਰ ਰਿਹਾ। ਔਰ ਇਹਦੇ ਬਜ਼ੁਰਗਾਂ ਨੇ ਵੀ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ, ਔਰ ਭਾਈ ਜੈਤਾ ਜੀ ਨੇ ਬੇਅੰਤ ਸੇਵਾ ਕੀਤੀ। ਇਹੀ ਵਫਾਦਾਰੀ ਹੈ ਜਿਸ ਕਰਕੇ ਇਹਨੂੰ ਬਹੁਤ ਵੱਡੇ ਮਾਣ ਗੁਰੂ ਘਰ ਚੋਂ ਪ੍ਰਾਪਤ ਹੋਏ। ਬਹੁਤ ਤੁਸੀਂ ਇਸ ਗੱਲ ਨੂੰ ਜਿਹੜੇ ਜੋੜਿਆ ਭਾਈ ਕਲਿਆਣਾ ਜੀ ਦੇ ਨਾਲ, ਇਤਿਹਾਸ ਦੇ ਵਿੱਚੋਂ ਇਹ ਗੱਲ ਨੂੰ ਲਿਆ ਤੁਸੀਂ ਕਿ ਕਿਸ ਤਰ੍ਹਾਂ ਪਾਤਸ਼ਾਹ ਦੀ ਸੇਵਾ ਦੇ ਵਿੱਚ ਇਹ ਦੋਨੋਂ ਪਰਿਵਾਰ, ਬਾਬਾ ਬੁੱਢਾ ਜੀ ਦਾ ਵੀ ਤੇ ਭਾਈ ਕਲਿਆਣਾ ਜੀ ਦਾ ਲੱਗੇ ਰਹੇ। ਤੇ ਜਿਹੜੇ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪਰਿਵਾਰ ਹੈ, ਪਰਿਵਾਰਿਕ ਪਿਛੋਕੜ ਹੈ, ਇਹਨਾਂ ਦੇ ਨਾਲ ਜੁੜਦਾ ਹੈ ਤੇ ਇੱਕ ਗੌਰਵਮਈ ਮਾਣਮੱਤਾ ਪਰਿਵਾਰ ਜਿਹੜਾ ਇਤਿਹਾਸ ਦਾ ਅੰਗ ਬਣਿਆ। ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਵਿੱਚੋਂ ਸਾਡੀ ਕੌਮ ਦੀ ਸੇਵਾ ਦੇ ਵਿੱਚ ਸਮਰਪਿਤ ਹੋਏ। ਤੇ ਜਿਸ ਵੇਲੇ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਆਉਂਦੇ ਹਨ, ਬਾਬਾ ਜੀਵਨ ਸਿੰਘ ਜੀ ਦਾ ਜੜ ਸਾਰੀ ਗੱਲ ਜਿੱਦਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਰਿਵਾਰ ਨੇ ਸਾਰੀ ਸੇਵਾ ਕੀਤੀ, ਬਾਬਾ ਜੀਵਨ ਸਿੰਘ ਜੀ ਦਾ ਪਰਿਵਾਰ ਜਿਹੜੇ ਇਤਿਹਾਸ ਜੁੜਦਾ ਹੈ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ। ਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਇਹ ਬਾਬਾ ਜੀਵਨ ਸਿੰਘ ਜੀ ਬਣੇ ਭਾਈ ਜੈਤਾ ਜੀ ਤੋਂ, ਹੈ ਨਾ, ਉਸ ਗੱਲ ਨਾਲ ਆਪਾਂ ਅਗਰ ਇਤਿਹਾਸ ਨੂੰ ਅੱਗੇ ਤੋਰੀਏ ਤਾਂ ਇਹ ਲੱਗੇਗਾ ਕਿ ਆਪਾਂ ਇਹਨਾਂ ਨੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਛਕਿਆ, ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਿੰਘ ਸਜੇ, ਉਸ ਗੱਲ ਦਾ ਜ਼ਿਕਰ। ਪਹਿਲਾਂ ਤਾਂ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੀ ਉਹਨਾਂ ਨਾਲ ਬਹੁਤ ਵੱਡੀ ਸਾਂਝ ਸੀ ਜੀ। 25 ਮਈ 1675 ਈਸਵੀ ਨੂੰ ਅਨੰਦਪੁਰ ਸਾਹਿਬ ਕਸ਼ਮੀਰੀ ਪੰਡਤ ਆਏ ਜੀ। ਗੁਰੂ ਸਾਹਿਬ ਨੇ ਬਚਨ ਕੀਤੇ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਗੁਰੂ ਜੋ ਸਾਨੂੰ ਕਹੇਗਾ ਅਸੀਂ ਉਸ ਤਰ੍ਹਾਂ ਕਰਾਂਗੇ ਜੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ 15 ਮਈ 20 ਜੁਲਾਈ 1675 ਈਸਵੀ ਨੂੰ ਦਿੱਲੀ ਵੱਲ ਚੱਲ ਪਏ ਜੀ। 15 ਸਤੰਬਰ 1675 ਈਸਵੀ ਨੂੰ ਆਗਰੇ ਤੋਂ ਗ੍ਰਿਫਤਾਰ ਹੋ ਗਏ, ਦਿੱਲੀ ਆ ਗਏ। ਦਿੱਲੀ ਆ ਕੇ ਗੁਰੂ ਸਾਹਿਬ ਨੇ ਚਾਂਦਨੀ ਚੌਕ ਜੇਲ੍ਹ ਦੇ ਵਿੱਚ ਇਹਨਾਂ ਨੂੰ ਬੰਦ ਕਰ ਦਿੱਤਾ, ਔਰ ਗੁਰੂ ਸਾਹਿਬ ਨੇ ਜੇਲ੍ਹ ਵਿੱਚ 57 ਸ਼ਲੋਕ 5 ਪੈਸੇ ਨਾਰੀਅਲ ਤਿਲਕ ਦੇ ਕੇ ਭਾਈ ਜੈਤਾ ਜੀ ਨੂੰ ਅਨੰਦਪੁਰ ਸਾਹਿਬ ਭੇਜਿਆ। ਅਨੰਦਪੁਰ ਸਾਹਿਬ ਆਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਵਾਨ ਸਜਾਇਆ ਔਰ ਕਿਹਾ ਕਿ ਕੋਈ ਐਸਾ ਸਿੱਖ ਹੈ ਜਿਹੜਾ ਦਿੱਲੀੋਂ ਸਾਡੇ ਪਿਤਾ ਦਾ ਸੀਸ ਲੈ ਕੇ ਆਵੇ। ਉਸ ਵਕਤ ਦੇ ਦਰਬਾਰੀ ਕਵੀ ਗੁਰੂ ਗੋਬਿੰਦ ਸਿੰਘ ਦੇ ਭਾਈ ਕਾਂਕੜ ਕਹਿੰਦੇ, ਔਰ ਸਵੇ ਚੁੱਪ ਕਰ ਗਏ, ਮੱਝ ਵੀ ਉੱਠਿਆ ਰੋਏ, ਮੈਂ ਹੀ ਉਦਮ ਕਰੂੰਗਾ ਹੋਣੀ ਸੋ ਹੋਏ। ਗੁਰੂ ਸਾਹਿਬ ਦਾ ਪੱਤਰ ਲੈ ਕੇ, ਪੱਤਰ ਦੇ ਜਵਾਬ ਲੈ ਕੇ, ਗੁਰੂ ਤੇਗ ਬਹਾਦਰ ਸਾਹਿਬ ਦੇ ਪੱਤਰ ਦਾ ਜਵਾਬ ਲੈ ਕੇ ਭਾਈ ਜੈਤਾ ਜੀ ਦਿੱਲੀ ਵੱਲ ਚੱਲ ਗਏ। ਦਿੱਲੀ ਭਾਈ ਕਲਿਆਣਾ ਦੀ ਧਰਮਸ਼ਾਲਾ 'ਚ, ਜਿੱਥੇ ਭਾਈ ਸਦਾਨੰਦ ਜੀ, ਭਾਈ ਆਗਿਆ ਰਾਮ ਜੀ, ਭਾਈ ਉਦੇ ਜੀ, ਭਾਈ ਗੁਰਦਿੱਤਾ ਜੀ ਠਹਿਰੇ ਹੋਏ ਸਨ। ਉਹਨਾਂ ਨੂੰ ਜਾ ਕੇ ਸਾਰੀ ਗੱਲ ਦੱਸੀ। ਸਮਾਂ ਪਾ ਕੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਪੱਤਰ ਗੁਰੂ ਤੇਗ ਬਹਾਦਰ ਨੂੰ ਜੇਲ੍ਹ ਵਿੱਚ ਔਰੰਗਜ਼ੇਬ ਦੀ ਬੇਟੀ ਜੈਬੁਨਿਸ਼ਾ ਅਤੇ ਕੋਤਵਾਲ ਖਵਾਜਾ ਅਬਦੁੱਲਾ ਦੀ ਮਦਦ ਨਾਲ ਗੁਰੂ ਸਾਹਿਬ ਨੂੰ ਜੇਲ੍ਹ ਵਿੱਚ ਪਹੁੰਚਾ ਦਿੱਤਾ ਜੀ। ਉਸ ਤੋਂ ਬਾਅਦ 11 ਨਵੰਬਰ 1675 ਈਸਵੀ ਨੂੰ ਨਹੀਂ, ਮੈਂ ਤੁਹਾਡਾ ਜ਼ਿਕਰ ਜਿਹੜਾ ਆਪਾਂ ਪ੍ਰਸ਼ਨ ਸੀ, ਮੈਂ ਤੁਹਾਡਾ ਇਹ ਰੰਗਰੇਟੇ ਗੁਰੂ ਕੇ ਬੇਟੇ ਨਾਲ ਜੁੜ ਜਾਏਗਾ ਇਤਿਹਾਸ। ਮੇਰਾ ਸੀਗਾ ਕਿ ਆਪਾਂ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਗੱਲ ਜਿੱਥੇ ਜੀਵਨ ਸਿੰਘ ਇਹਨਾਂ ਨੂੰ ਨਾਮ ਮਿਲਿਆ ਨਾ, ਉਹ ਆਪਾਂ ਜ਼ਿਕਰ ਕਰਦੇ, ਫਿਰ ਆਪਾਂ ਇਸ ਚੀਜ਼ ਦਾ ਗੱਲ ਤੇ ਉਹਦੇ ਨਾਲ ਇਹ ਪਹਿਲਾਂ ਉਸ ਤੇ ਆਣਾ। ਹਾਂ, ਫਿਰ ਆਪਾਂ ਚਲੋ ਜਿਹੜਾ ਕਰ ਲਓ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ 11 ਨਵੰਬਰ 1675 ਈਸਵੀ ਨੂੰ ਸੀਸ ਧੜ ਤੋਂ ਵੱਖ ਕਰ ਦਿੱਤਾ। ਹੁਕੂਮਤ ਨੇ ਐਲਾਨ ਕੀਤਾ ਜੋ ਸੀਸ ਤੇ ਧੜ ਚੁੱਕੇ ਤਾਂ ਉਸ ਦਾ ਵੀ ਇਹੀ ਹਸ਼ਰ ਹੋਵੇਗਾ। ਭਾਈ ਜੈਤਾ ਜੀ, ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ, ਭਾਈ ਆਗਿਆ ਰਾਮ ਜੀ ਤੇ ਭਾਈ ਸਦਾਨੰਦ ਜੀ ਇਹ ਚਾਂਦਨੀ ਚੌਕ ਪਹੁੰਚ ਕੇ 11-12 ਨਵੰਬਰ 1675 ਈਸਵੀ ਰਾਤ ਨੂੰ। ਅੱਛਾ ਜੀ। ਭਾਈ ਜੈਤਾ ਜੀ ਨੇ ਪਹਿਲਾਂ ਤੋਂ ਬਣਾਈ ਸਕੀਮ ਅਨੁਸਾਰ ਭਾਈ ਜੈਤਾ ਜੀ ਨੇ ਦਿਲ ਪੱਥਰ ਬਣ ਕਰਕੇ ਆਪਣੇ ਪਿਤਾ ਭਾਈ ਸਦਾਨੰਦ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਭਾਈ ਸਦਾਨੰਦ ਦਾ ਸੀਸ ਤੇ ਧੜ ਉੱਥੇ ਰੱਖਤਾ, ਗੁਰੂ ਸਾਹਿਬ ਦਾ ਧੜ ਸੀਸ ਚੁੱਕ ਲਿਆ। ਧੜ ਦਾ ਸੰਸਕਾਰ ਆਪਣੇ ਘਰ ਭਾਈ ਕਲਿਆਣੇ ਦੀ ਧਰਮਸ਼ਾਲਾ 'ਚ ਕੀਤਾ। ਸੀਸ ਲੈ ਕੇ 322 ਕਿਲੋਮੀਟਰ ਸਫ਼ਰ ਕਰਕੇ 15 ਨਵੰਬਰ 1675 ਨੂੰ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 16 ਨਵੰਬਰ 1675 ਈਸਵੀ ਨੂੰ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੇ ਪਾਵਨ ਧੜ ਦਾ ਸੰਸਕਾਰ ਕਰਨ ਤੋਂ ਬਾਅਦ ਜੁੜੀ ਸੰਗਤ ਦੇ ਇਕੱਠ ਵਿੱਚ ਭਾਈ ਜੈਤਾ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਨਾਲੇ ਕਿਹਾ ਕਿ ਭਾਈ ਜੈਤਾ ਜੀ ਕੁਛ ਮੰਗ ਲਓ। ਭਾਈ ਜੈਤਾ ਜੀ ਨੇ ਕਹੇ ਤੁਠਿਓ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਬਖਸ਼ੋ। ਗੁਰੂ ਸਾਹਿਬ ਨੇ ਦਰਸ਼ਨ ਇਸ਼ਨਾਨ ਦੀ ਆਗਿਆ ਦਿੱਤੀ। ਨਾਲ ਹੀ ਗੁਰੂ ਸਾਹਿਬ ਨੇ ਦੁੱਖ ਭੰਜਨੀ ਬੇਰੀ ਦੇ ਬਿਲਕੁਲ ਸਾਹਮਣੇ ਦਰਬਾਰ ਸਾਹਿਬ ਦੇ ਬੂੰਗਾ ਭਾਈ ਜੈਤਾ ਜੀ ਬਣਾ ਕੇ ਦਿੱਤਾ ਕਿ ਉਹਨਾਂ ਨੇ। ਮੈਂ ਇੱਕ ਹੋਰ ਗੱਲ ਕਰਨਾ ਚਾਹਾਂ, ਜਿੱਥੇ ਤੁਸੀਂ ਕੀਰਤਪੁਰ ਸਾਹਿਬ ਦੀ ਗੱਲ ਹੋਈ, ਜਿੱਥੇ ਅਨੰਦਪੁਰ ਸਾਹਿਬ ਦੀ ਗੱਲ ਹੋਈ, ਉੱਥੇ ਜਿੱਥੇ ਗੁਰੂ ਸਾਹਿਬ ਜੀ ਦੇ ਅਸੀਸ ਦਾ ਸੰਸਕਾਰ ਕੀਤਾ, ਉੱਥੇ ਗੁਰੂ ਘਰ ਵੀ ਸਥਾਪਿਤ ਹੈ। ਤੇ ਗੁਰੂ ਸਾਹਿਬ ਜੀ ਦਾ ਅਨੰਦਪੁਰ ਸਾਹਿਬ ਜੀ ਦੇ ਵਿੱਚ ਜਿਸ ਵੇਲੇ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਨਿਮਿਤ ਵੀ ਜਿਹੜੇ ਇਹਨਾਂ ਨੇ ਰਲ ਮਿਲ ਕੇ ਕਿਲ੍ਹੇ ਬਣਾਏ, ਉਹਦਾ ਵੀ ਗੱਲ ਜ਼ਿਕਰ ਆਉਂਦਾ ਹੈ ਸਾਰੇ ਇਤਿਹਾਸ ਦੇ ਵਿੱਚ। ਤੇ ਇਹ ਜਿਹੜੀ ਗੱਲ ਤੋਰਦੇ ਹੋਏ ਤੁਸੀਂ ਲੈ ਕੇ ਆਏ ਕਿ ਅੰਮ੍ਰਿਤਸਰ ਸਾਹਿਬ ਜੀ ਵਿਖੇ ਉਹਨਾਂ ਦਾ ਬੁਰਜ ਜਿਹੜਾ ਹੈ
ਕਾਇਮ ਕੀਤਾ ਬਾਬਾ ਜੀਵਨ ਸਿੰਘ ਜੀ ਦਾ। ਤੇ ਮੈਂ ਇਸ ਗੱਲ ਨੂੰ ਹੋਰ ਖੋਲ੍ਹਣਾ ਚਾਹਾਂਗਾ ਕਿ ਜਿਸ ਵੇਲੇ ਦੇਖੋ ਕਿੰਨਾ ਪਿਆਰ ਮਿਲਿਆ, ਜਿਹੜਾ ਤੁਸੀਂ ਸ਼ਹਾਦਤ ਦੀ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ, ਗੁਰੂ ਸਾਹਿਬ ਜੀ ਦਾ ਜਿਸ ਵੇਲੇ ਸੀਸ ਲੈ ਕੇ ਆਏ ਆ, ਤੇ ਇਹ ਦੇਖੋ ਕਿੰਨੀ ਖੁਸ਼ੀ ਦੀ ਗੱਲ ਹੋਏਗੀ ਉਸ ਸ਼ਖਸ ਵਾਸਤੇ ਜਿਹਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ, ਜਿਹੜੇ ਗੁਰੂ ਸਾਹਿਬ ਜੀ ਨੇ ਉਹਨੂੰ ਚੱਕ ਕੇ ਆਪਣੇ ਸੀਨੇ ਦੇ ਨਾਲ ਲਾਇਆ, ਹੈ ਨਾ, ਪਿਆਰ ਕੀਤਾ, ਪਿਆਰ ਕਰਕੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਤਾਂ ਜਿਸ ਵੇਲੇ ਮੈਂ ਇਹ ਗੱਲ ਪਹਿਲਾਂ ਤਾਂ ਕਰਨੀ ਚਾਹੁੰਦਾ ਸੀਗਾ ਕਿ ਜਿਸ ਵੇਲੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਸਿੰਘ ਸਜਾ ਦਿੱਤਾ ਇਹਨਾਂ ਨੇ, ਤੇ ਜਿਸ ਵੇਲੇ ਇਹਨਾਂ ਨੂੰ ਫਿਰ ਆਪਣਾ ਪੰਜਵਾਂ ਪੁੱਤਰ ਜਿੱਦਾਂ ਇਤਿਹਾਸ ਦੇ ਵਿੱਚ ਲਿਖਿਆ ਜਾਂਦਾ ਇਹਨਾਂ ਨੇ ਬਣਾ ਲਿਆ ਸੀ ਪਹਿਲਾਂ, ਤੇ ਜਿਹੜੇ ਇਹਨਾਂ ਨੂੰ ਅੰਮ੍ਰਿਤ ਛਕ ਲਿਆ ਜਾਂਦਾ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਲ ਇਹਨਾਂ ਨੂੰ ਆਪਣੇ ਪੰਜਵੇਂ ਪੁੱਤਰ ਦਾ ਵੀ ਸਨਮਾਨ ਜਿਹੜਾ ਕੌਮ ਇਤਿਹਾਸ ਦੇ ਵਿੱਚ ਦਿੰਦੀ ਹੈ। ਇਸ ਕਰਕੇ ਮੈਂ ਚਾਹੂੰਗਾ ਇਸ ਨੂੰ ਹੋਰ ਥੋੜਾ ਗੱਲ ਨੂੰ ਕਰ। ਇਸ ਤਰ੍ਹਾਂ ਹੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬੇਟੇ ਕਿਹਾ ਸੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦਾ ਨਾਂ ਜਿਹੜਾ ਹੈ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਰੱਖਿਆ। ਉਹਨਾਂ ਨੇ ਕਿਹਾ ਵੀ ਸਿੱਖ ਕੌਮ ਨੂੰ ਨਵਾਂ ਜੀਵਨ ਅਤੇ ਸੇਧ ਦੇਣ ਵਾਲੇ ਅਤੇ ਖਾਲਸਾ ਸਰੂਪ ਦੇ ਪ੍ਰੇਰਣਾ ਸਰੋਤ ਭਾਈ ਜੈਤਾ ਜੀ ਦਾ ਨਾਮ ਜੀਵਨ ਸਿੰਘ ਰੱਖਿਆ ਕਿ ਤੂੰ ਜੀਵਨ ਦਿੱਤਾ ਹੈ। ਬਾਬਾ ਜੀਵਨ ਸਿੰਘ ਨੇ ਸੱਚਮੁੱਚ ਕੌਮ ਨੂੰ ਨਵਾਂ ਜੀਵਨ ਦਿੱਤਾ ਹੈ। ਜਿਸ ਵੇਲੇ ਆਪਾਂ ਗੁਰੂ ਸਾਹਿਬ ਜੀ ਦੀਆਂ ਦੇਖਦੇ ਹਾਂ ਕਿ ਕਦਮ ਕਦਮ ਦੇ ਉੱਤੇ ਗੁਰੂ ਸਾਹਿਬ ਜੀ ਦੇ ਨਾਲ ਰਹੇ, ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣਾ, ਸਰਸਦ ਨਦੀ ਦੇ ਕੰਢੇ ਦੇ ਉੱਤੇ ਜੰਗ ਦੇ ਵਿੱਚ ਸ਼ਾਮਲ ਹੋਣਾ, ਚਮਕੌਰ ਗੜੀ ਦਾ ਸਾਰਾ ਇਤਿਹਾਸ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਉੱਤੇ ਕਦਮ ਕਦਮ ਦੇ ਉੱਤੇ ਬਾਬਾ ਜੀਵਨ ਸਿੰਘ ਜੀ ਨੇ ਉਸ ਸਾਥ ਨੂੰ ਨਿਭਾਇਆ, ਗੁਰੂ ਸਾਹਿਬ ਜੀ ਦਾ ਪਿਆਰ ਲਿਆ। ਤੇ ਮੈਂ ਜਿਹੜੀ ਆਪਾਂ ਦਿੱਲੀ ਦੀ ਤੁਸੀਂ ਗੱਲ ਕਰਕੇ ਗਏ ਪਹਿਲਾਂ, ਹੈ ਨਾ, ਉੱਥੇ ਇੱਕ ਭਾਈ ਕਲਿਆਣਾ ਜੀ ਦਾ ਜਿਹੜਾ ਆਪਾਂ ਇਤਿਹਾਸ ਦੇ ਵਿੱਚ ਪਹਿਲਾਂ ਜ਼ਿਕਰ ਕੀਤਾ ਸੀ, ਉਹਨਾਂ ਦੇ ਨਾਮ ਦੇ ਉੱਤੇ ਵੀ ਇਹਨਾਂ ਨੇ ਉੱਥੇ ਕੋਈ ਧਰਮਸ਼ਾਲਾ ਬਣੀ ਹੋਈ ਸੀਗੀ ਜਿਹਦੇ ਵਿੱਚ ਸਾਰੇ ਬੈਠ ਕੇ ਸਕੀਮ ਕਰਦੇ। ਉਹਦੀ ਕੁਝ ਮੈਂ ਚਾਹੂੰਗਾ ਜਿਹੜੀ ਭਾਈ ਕਲਿਆਣੇ ਦੀ ਧਰਮਸ਼ਾਲਾ ਸੀ ਉਹਨੂੰ ਰਕਾਬਗੰਜ, ਜਿਹੜੀ ਰਕਾਬਗੰਜ ਜਗ੍ਹਾ ਸੀ ਉਸ ਦੇ ਨਾਲ ਹੀ ਭਾਈ ਕਲਿਆਣੇ ਦੀ ਧਰਮਸ਼ਾਲਾ ਜੀ, ਜਿੱਥੇ ਬੈਠ ਕੇ ਮੈਂ ਸਾਰੀ ਪਲੈਨਿੰਗ ਕੀਤੀ ਹੈ ਵੀ ਗੁਰੂ ਸਾਹਿਬ ਦਾ ਧਰਤ ਸੀਸ ਕਿਵੇਂ ਚੁੱਕਣਾ, ਕਿਵੇਂ ਉਹ ਕਰਨਾ, ਉਹਦਾ ਸੰਸਕਾਰ ਵੀ ਉਸ ਧਰਮਸ਼ਾਲਾ ਦੇ ਵਿੱਚ ਕੀਤਾ। ਬਾਬਾ ਜੀਵਨ ਸਿੰਘ ਜੀ ਦਾ ਦਿੱਲੀ ਆਉਣਾ ਜਾਣਾ ਰਹਿੰਦਾ ਸੀਗਾ ਇਸ ਧਰਮਸ਼ਾਲਾ ਕਰਕੇ। ਇਸ ਕਰਕੇ ਜਿਹੜੇ ਇਹਨਾਂ ਜੀਵਨ ਫਲਸਫੇ ਦੀ ਆਪਾਂ ਗੱਲ ਕਰਦੇ ਆ, ਇਹਨਾਂ ਦਾ ਬੜਾ ਵੱਡਾ ਉਹ ਜੀਵਨ ਦੇ ਵਿੱਚ ਦੇਣ ਹੈ। ਜਿਸ ਵੇਲੇ ਇਹਨੇ ਉੱਥੋਂ ਸੀਸ ਚੱਕਿਆ ਤੇ ਰਸਤਾ ਜਿਹੜਾ ਉਹਨਾਂ ਨੇ ਅਖਤਿਆਰ ਕੀਤਾ ਆਪਣੇ ਕੀਰਤਪੁਰ ਸਾਹਿਬ ਪਹੁੰਚਣ ਵਾਸਤੇ, ਉਹਦਾ ਥੋੜਾ ਜਿਹਾ ਜ਼ਿਕਰ ਕਰਦੇ ਜਾਓ। ਭਾਈ ਜੈਤਾ ਜੀ ਸੀਸ ਲੈ ਕੇ ਪਹਿਲਾਂ ਬਾਗਪੁੱਤ, फिर तराबड़ी रात रहे जी, फिर उसके बाद आ गए अंबाले तो आगे नाभा साहब, नाभा साहब तो 15 नवंबर 1675 तीजे पहर कीर्तपुर साहब पहुंच गए। गुरु साहब ने सुनेहा दिता, गुरु साहब तो संगत लेकर आए ਕੀਰਤਪੁਰ ਸਾਹਿਬ ਤੇ ਨਗਰ ਕੀਰਤਨ ਦੀ ਸ਼ਕਲ ਵਿੱਚ ਗੁਰੂ ਸਾਹਿਬ ਦਾ ਪਾਵਨ ਸੀਸ ਲੈ ਕੇ ਆਨੰਦ। ਹੁਣ ਵੀ ਜਿਸ ਵੇਲੇ ਤੁਸੀਂ ਇਹ ਮਨਾਉਂਦੇ ਹੋ, ਜਿੱਦਾਂ ਤੁਸੀਂ ਭਲਾਈ ਟਰਸਟ ਵੱਲੋਂ ਵਿਦਿਅਕ ਕੇਂਦਰ ਵੱਲੋਂ, ਤੁਸੀਂ ਕਿਹੋ ਜਿਹੇ ਪ੍ਰੋਗਰਾਮ ਉਲੀਕਦੇ ਹੋ? ਅਸੀਂ ਪਹਿਲਾ ਪ੍ਰੋਗਰਾਮ ਤਾਂ ਸਾਡਾ ਇਹ ਹੈ ਜੀ ਕਿ ਅਸੀਂ 3 ਸਤੰਬਰ ਹਰ ਸਾਲ 2000 ਈਸਵੀ ਤੋਂ ਹੁਣ ਸਾਡਾ 24ਵਾਂ ਚੇਤਨਾ ਮਾਰਚ ਉਹਨੂੰ ਨਾਂ ਹੈ ਸ਼ਹੀਦ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ, 362ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 24ਵਾਂ ਚੇਤਨਾ ਮਾਰਚ, 24 ਚੇਤਨਾ ਮਾਰਚ ਅਸੀਂ ਕੱਢਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ। ਤੁਹਾਡਾ ਹੀ ਬੜਾ ਵੱਡਾ ਯਤਨ ਹੈ। 3 ਸਤੰਬਰ ਨੂੰ ਅਸੀਂ ਅਕਾਲ ਤਖਤ ਸਾਹਿਬ ਤੋਂ ਚੱਲੇ ਹਾਂ। ਉਸ ਤੋਂ ਬਾਅਦ ਅਸੀਂ ਜੰਡਿਆਲਾ ਗੁਰੂ, ਕਰਤਾਰਪੁਰ, ਜਲੰਧਰ, ਬੰਗਾ ਤੇ ਗੜ੍ਹਸ਼ੰਕਰ ਤੇ ਸ਼ਾਮ ਨੂੰ ਅਸੀਂ ਅਨੰਦਪੁਰ ਸਾਹਿਬ ਪਹੁੰਚ ਜਾਣਾ। ਉੱਥੇ ਨਾਟਕ, ਧਰਮ ਨਾਟਕ ਗੁਰੂ ਕੇ ਬੇਟੇ ਦਿਖਾਇਆ। 4 ਸਤੰਬਰ ਨੂੰ ਅਸੀਂ ਅਨੰਦਪੁਰ ਸਾਹਿਬ ਤੋਂ ਚੱਲੇ ਹਾਂ। ਉੱਥੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਚੱਲਦੇ ਹੋਏ ਅਸੀਂ ਉੱਥੇ ਪਹੁੰਚ ਗਏ ਹਾਂ ਆਲਮਗੀਰ ਸਾਹਿਬ। ਅੱਛਾ ਜੀ। ਆਲਮਗੀਰ ਸਾਹਿਬ ਵੀ ਧਾਰਮਿਕ ਨਾਟਕ ਗੁਰੂ ਕੇ ਬੇਟੇ ਰੋਸ਼ਨ ਉਹ ਦਿਖਾਇਆ। ਉਸ 5 ਸਤੰਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਗੁਰਮਤਿ ਵਿਚਾਰਾਂ ਹੋਈਆਂ। ਇਸ ਕਰਕੇ ਅਸੀਂ ਇਸ ਸੰਬੰਧ 'ਚ ਮਨਾਉਂਦੇ। ਔਰ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਤੋਂ ਲੈ ਕੇ ਅਸੀਂ ਆਲਮਗੀਰ ਸਾਹਿਬ ਤੱਕ ਬਾਬਾ ਜੀਵਨ ਸਿੰਘ ਦਾ ਜਿਹੜਾ ਜੀਵਨ ਇਤਿਹਾਸ ਹੈ ਉਹ ਮੁਫਤ ਵੰਡਦੇ ਔਰ 2000 ਈਸਵੀ ਤੋਂ ਲਗਾਤਾਰ ਬਣਦੇ ਆ ਰਹੇ। ਤੁਸੀਂ ਇਤਿਹਾਸ ਵੰਡਣ ਦੀ ਗੱਲ ਕੀਤੀ, ਇਹ ਵੀ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਨਾਲ ਕਿ ਸਰਦਾਰ ਜਸਵੰਤ ਸਿੰਘ ਜੀ ਉਹਨਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਉੱਤੇ ਕਾਫੀ ਕਿਤਾਬਾਂ ਵੀ ਲਿਖੀਆਂ, ਖਾਸ ਕਰਕੇ ਗੁਰੂ ਕੇ ਬੇਟੇ ਜਿਹੜੀ ਆਪ ਜੀ ਦੀ ਕਿਤਾਬ ਹੈ ਉਹ ਸੰਗਤ ਦੇ ਵਿੱਚ ਕਾਫੀ ਪ੍ਰਚਲਿਤ ਹੈ, ਸੰਗਤ ਉਸ ਨੂੰ ਪੜ੍ਹਦੀਆਂ। ਅਖੀਰ ਦੇ ਵਿੱਚ ਮੈਂ ਆਪ ਜੀ ਪਾਸੋਂ ਇਹੀ ਜਾਣਨਾ ਚਾਹਾਂਗਾ ਆਪਾਂ ਨੂੰ ਇਸ ਜੀਵਨ ਸੇਧ ਕਿਸ ਤਰ੍ਹਾਂ ਪ੍ਰਾਪਤ ਕਰਨੀ ਚਾਹੀਦੀ ਹੈ ਤੇ ਤੁਸੀਂ ਕੀ ਆਪਣੇ ਦਰਸ਼ਕਾਂ ਦੇ ਨਾਲ ਗੁਰੂ ਸਾਹਿਬ ਇਹਨਾਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਕਿਹੜਾ ਸੰਦੇਸ਼ ਹੈ ਜਿਹੜਾ ਸਾਂਝਾ ਕਰਨਾ ਚਾਹੋਗੇ? ਬਾਬਾ ਜੀਵਨ ਸਿੰਘ ਦਾ ਸਭ ਤੋਂ ਵੱਡਾ ਸੰਦੇਸ਼ ਹੈ ਕਿ ਵਫਾਦਾਰੀ, ਵਿਸ਼ਵਾਸ ਪਾਤਰਤਾ। ਇਸ ਕਰਕੇ ਉਹ
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ 5 ਪਿਆਰਿਆਂ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਗਲਵੱਕੜੀ ਵਿੱਚ ਲਿਖ ਕੇ ਰੰਘੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਨਾਲ ਹੀ ਗੁਰੂ ਮਹਾਰਾਜ ਨੇ ਦੁੱਖ ਭੰਜਨੀ ਵੇਰੀ ਦੇ ਸਾਹਮਣੇ ਬੂੰਗਾ ਸਥਾਪਿਤ ਕੀਤਾ ਤੇ ਉਹਨਾਂ ਨੂੰ ਸਦਾ ਲਈ ਅਮਰ ਕਰ ਦਿੱਤਾ। ਇਹ ਉਹਨਾਂ ਦੀ ਵਿਸ਼ਵਾਸ ਪਾਤਰਤਾ ਦਾ ਫਲ ਸੀ। ਅੱਜ ਮੈਂ ਸੰਗਤ ਨੂੰ ਇਹੀ ਅਪੀਲ ਕਰਦਾ ਕਿ ਜਦ ਤੱਕ ਅਸੀਂ ਗੁਰੂ ਘਰ ਦੇ ਵਿਸ਼ਵਾਸ ਪਾਤਰ ਨਹੀਂ ਬਣਦੇ, ਅਸੀਂ ਵਿਸ਼ਵਾਸ ਨਾਲ ਵਫਾਦਾਰੀ ਨਹੀਂ ਨਿਭਾਉਂਦੇ, ਜਦ ਤੱਕ ਸਾਡਾ ਕੋਈ ਭਲਾ ਨਹੀਂ ਹੈਗਾ। ਇਹ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਉਹ ਜਿੱਥੇ ਮਹਾਨ ਯੋਧੇ ਸਨ, ਇੱਦਾਂ ਸਨ, ਉਹ ਇੱਕ ਕਲਮ ਦੇ ਧਨੀ ਵੀ ਸਨ, ਹਨਾ, ਕਲਮ ਦੇ ਨਾਲ ਵੀ ਉਹਨਾਂ ਨੇ ਸੇਵਾ ਕੀਤੀ। ਉਹਦਾ ਥੋੜਾ ਜਿਹਾ ਜ਼ਿਕਰ ਕਰਦੇ ਜਾਈਏ। ਹਾਂਜੀ, ਬਾਬਾ ਜੀਵਨ ਸਿੰਘ ਦੇ 124 ਸ਼ਲੋਕ ਹੈ ਜੀ। ਅੱਛਾ ਜੀ। 124 ਸ਼ਲੋਕਾਂ ਹੱਥ ਲਿਖਤ ਮੇਰੇ ਕੋਲ ਪਈ ਹੈ ਉਹਨਾਂ ਦੀ। ਅੱਛਾ ਜੀ। 124 ਸ਼ਲੋਕਾਂ ਦਾ ਮੈਂ ਪੰਜਾਬੀ ਵਿੱਚ, ਹਿੰਦੀ 'ਚ, ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਕਰਤਾ। ਉਹ ਕਿਤਾਬ ਮੇਰੀ ਅੰਡਰ ਪ੍ਰਿੰਟ ਹੈ। ਉਹ ਜਲਦੀ ਹੀ ਮਤਲਬ ਸੰਗਤਾਂ ਦੇ ਹੱਥਾਂ ਜਾਣੀ ਹੈ। ਮੈਂ ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਕਮਾਲ ਦੀਆਂ ਗੱਲਾਂ ਕੀਤੀਆਂ। ਪਹਿਲੀ ਗੱਲ ਤਾਂ ਉਹਨੇ ਕਮਾਲ ਦੀ ਇਹ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਚਿੱਤਰਨ ਕੀਤਾ ਵੀ ਉਹਦੇ ਅੱਖਾਂ ਕਿਹੋ ਜਿਹੀਆਂ ਸੀ, ਨੱਕ ਕਿਹੋ ਜਿਹਾ ਸੀ, ਮੱਥਾ ਕਿਹੋ ਜਿਹਾ, ਹੱਥ ਕਿਹੋ ਜਿਹਾ ਸੀ, ਰੂਪ ਰੇਖਾ ਦਿੱਤੀ ਪੂਰੀ ਸਰੀਰ ਦੀ ਉਹ ਦਿੱਤਾ ਹੈ। ਫਿਰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ ਬਹੁਤ ਉਪਮਾ ਕੀਤੀ ਹੈ, ਸਾਰੇ ਗੁਰੂ ਸਾਹਿਬਾਨ ਦੀ ਉਪਮਾ ਕੀਤੀ। ਨਾਲ ਹੀ ਉਹਨਾਂ ਨੇ ਜਿਹੜਾ ਅੰਮ੍ਰਿਤ ਛਕਾਇਆ ਉਹਦੇ ਹਾਲਾਤ ਦੱਸੇ ਵੀ ਕਿਵੇਂ ਅੰਮ੍ਰਿਤਵਾਸ ਆਏ, ਅੰਮ੍ਰਿਤ ਤਿਆਰ ਕਰਨ ਦੀ ਵਿਧੀ ਕੀ ਹੈ, ਸਿੱਖ ਲਈ ਰਹਿਤ ਮਰਿਆਦਾ ਕੀ ਹੈ, ਗੁਰੂ ਸਾਹਿਬ ਨੇ 5 ਸਿੱਖਾਂ ਨੂੰ ਕਿਵੇਂ ਬੁਲਾਇਆ, ਕਿਵੇਂ 5 ਸਿੱਖ ਉੱਠੇ ਤੇ ਰਹਿਤ ਮਰਿਆਦਾ ਕੀ ਹੈ, ਇਹ ਸਾਰਾ ਕੁਝ ਬੜੇ ਵਿਸਥਾਰ ਨਾਲ ਲਿਖਿਆ, ਜਿਹੜਾ ਕਿ ਅੱਜ ਤੱਕ ਮੈਂ ਕਿਸੇ ਵੀ ਸਮਕਾਲੀ ਇਤਿਹਾਸਕਾਰ ਦਾ ਨਹੀਂ ਪੜ੍ਹਿਆ। ਮੈਂ ਇਹੀ ਸਰਦਾਰ ਜਸਵੰਤ ਸਿੰਘ ਜੀ, ਮੈਂ ਜਿੱਥੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ। ਤੁਸੀਂ ਆ ਕੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਦੇ ਉੱਤੇ, ਉਹਨਾਂ ਦੇ ਇਤਿਹਾਸ ਦੇ ਉੱਤੇ ਜਿੱਥੇ ਚਾਨਣ ਪਾਇਆ, ਉਸ ਦੇ ਨਾਲ ਨਾਲ ਸਾਨੂੰ ਇਹ ਸਿੱਖਿਆਵਾਂ ਵੀ ਦ੍ਰਿੜ ਕਰਵਾਈਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਵਫਾਦਾਰੀ ਨਿਭਾਈ, ਕਿਸ ਤਰ੍ਹਾਂ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ, ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਸਾਰੇ ਪਰਿਵਾਰ ਨੇ ਉਸ ਸੇਵਾ ਦੇ ਵਿੱਚ ਆਪਣਾ ਜਿੱਥੇ ਹਿੱਸਾ ਪਾਇਆ, ਉੱਥੇ ਆਪਣਾ ਬਲੀਦਾਨ ਵੀ ਦਿੱਤਾ ਪਰਿਵਾਰ ਸਮੇਤ ਦੇ ਵਿੱਚ। ਜਿਵੇਂ ਉਹਨਾਂ ਦੇ ਪਿਤਾ ਜੀ ਦੀ ਸ਼ਹੀਦੀ ਦਾ ਜ਼ਿਕਰ, ਇਹਨਾਂ ਦਾ ਜ਼ਿਕਰ, ਤੇ ਇਸ ਕਰਕੇ ਆਪਾਂ ਇਸ ਜੀਵਨ ਸੇਧ ਪ੍ਰਾਪਤ ਕਰਦੇ ਹੋਏ ਆਪਣੇ ਗੁਰੂ ਘਰ ਦੇ ਪ੍ਰਤੀ ਸ਼ਰਧਾ, ਪਿਆਰ ਅਤੇ ਵਫਾਦਾਰੀ ਨਿਭਾਈਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।